ਸ਼ਲੋਕ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ ਔਰ ਪਰਮਾਤਮਾ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਗੁਰੂ ਤੋਂ ਬਗੈਰ ਪਰਮਾਤਮਾ ਦੀ ਪ੍ਰਾਪਤੀ ਨਹੀਂ। ਭਗਤ ਫਰੀਦ ਜੀ ਨੇ 36 ਵਰ੍ਹੇ ਜੰਗਲਾਂ ਦੇ ਵਿੱਚ ਭੁੱਖੇ ਰਹਿ ਕੇ, ਪੁੱਠੇ ਲਮਕ ਕੇ ਪਰਮਾਤਮਾ ਨੂੰ ਪਾਉਣ ਵਾਸਤੇ ਬੰਦਗੀ ਕੀਤੀ, ਪਰ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਖੁਦਾ ਉਸ ਨੂੰ ਉਹ ਪਾ ਨਹੀਂ ਸਕਿਆ। ਫਿਰ ਕਿਸੇ ਨੇ ਦੱਸਿਆ ਵੀ ਗੁਰੂ ਵਾਲੇ ਬਣੇ ਤੋਂ ਬਗੈਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਫਿਰ ਉਹ ਗੁਰੂ ਦੀ ਸ਼ਰਨ ਵਿੱਚ ਗਿਆ। 12 ਸਾਲ ਆਪਣੇ ਗੁਰੂ ਦੀ ਸੇਵਾ ਕੀਤੀ। ਫਿਰ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਕੇ ਜਿਹੜੀ ਚੀਜ਼ ਨੂੰ ਉਹ ਲੱਭਦਾ ਸੀ, ਗੁਰੂ ਦੀ ਕਿਰਪਾ ਦੇ ਨਾਲ ਉਸ ਨੂੰ ਆਪਣੇ ਅੰਦਰੋਂ ਹੀ ਮਿਲ ਗਈ। ਇਸ ਕਰਕੇ ਗੁਰੂ ਜੀ ਨੇ ਉਚਾਰਨ ਕੀਤਾ ਹੈ, ਇੱਕ ਓੰਕਾਰ ਪਰਮਾਤਮਾ ਇੱਕ ਹੈ। ਜਿਹੜਾ ਉਹ ਪਰਮਾਤਮਾ ਹੈ ਸਤਿਗੁਰ ਪ੍ਰਸਾਦ, ਉਹ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਆਦਿ ਗੁਰ ਏ ਨਮਹਿ, ਪਹਿਲੇ ਗੁਰੂ ਨੂੰ ਨਮਸਕਾਰ। ਜੁਗਾਦ ਗੁਰ ਏ ਨਮਹਿ, ਦੂਸਰੇ ਗੁਰੂ ਨੂੰ ਨਮਸਕਾਰ। ਸਤਿਗੁਰ ਏ ਨਮਹਿ, ਸੱਚੇ ਗੁਰੂ ਨੂੰ ਨਮਸਕਾਰ। ਸ੍ਰੀ ਗੁਰਦੇਵ ਏ ਨਮਹਿ, ਗੁਰੂਦੇਵ। ਗੁਰੂਦੇਵ ਉਸ ਨੂੰ ਕਹਿੰਦੇ ਹਨ ਜਿਸ ਦੀ ਕਿਰਪਾ ਦੇ ਨਾਲ ਰੂਹਾਨੀ ਤਾਕਤ, ਰੂਹਾਨੀ ਸ਼ਕਤੀ ਪ੍ਰਾਪਤ ਹੁੰਦੀ ਹੈ। ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਵਾਹਿਗੁਰੂ ਦਾ ਸਿਮਰਨ। ਸਿਮਰਨ ਕਿਹਨੂੰ ਕਹਿੰਦੇ ਹਨ? ਇੱਕ ਵਸਤੂ, ਇੱਕ ਚੀਜ਼ ਨੂੰ, ਉਸ ਨੂੰ ਬਾਰ-ਬਾਰ ਜਪੀ ਜਾਣਾ। ਜਪਦਿਆਂ 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 ਜਦ ਇਸ ਦੀ ਇੱਕ ਅਵਸਥਾ ਬਣੇਗੀ, ਉਠਤ, ਉੱਠਦੇ ਵੀ ਬੋਲੇਗਾ ਵਾਹਿਗੁਰੂ। ਬੈਠਤ, ਬੈਠਤ ਵੀ ਬੋਲੇਗਾ ਵਾਹਿਗੁਰੂ। ਸੋਵਤ, ਨਾਮ, ਸੁੱਤਾ ਹੋਇਆ ਵੀ ਵਾਹਿਗੁਰੂ ਬੋਲੇਗਾ। ਉਠਤ, ਬੈਠਤ, ਸੋਵਤ, ਨਾਮ। ਜਦ ਇਹ ਅਵਸਥਾ ਹੋ ਗਈ, ਸਮਝ ਲਓ ਉਸ ਨੂੰ ਸਿਮਰਨ ਕਹਿੰਦੇ ਹਨ। ਜਾਣੀ ਉਹ ਸਿਮਰਨ ਦੇ ਨਾਲ ਉਹ ਜੀਵ ਜੁੜ ਗਿਆ। ਜਦੋਂ ਜੀਵ ਜਿਹੜਾ ਹੈ ਇਸ ਤਰ੍ਹਾਂ ਸਿਮਰਨ ਦੇ ਨਾਲ ਜੁੜੇਗਾ, ਉਸ ਨੂੰ ਫਿਰ ਸੁੱਖ ਦੀ ਪ੍ਰਾਪਤੀ ਹੋਵੇਗੀ। ਆਤਮਿਕ ਸੁੱਖ ਕਹਿ ਲਓ, ਰੂਹਾਨੀ ਸੁੱਖ ਕਹਿ ਲਓ, ਦੁਨੀਆ ਦੇ ਸੁੱਖ, ਪਰਲੋਕ ਦੇ ਸੁੱਖ, ਹਰ ਤਰ੍ਹਾਂ ਦੇ ਸੁੱਖ ਉਸ ਨੂੰ ਪ੍ਰਾਪਤ ਹੁੰਦੇ ਹਨ। ਪਰ ਉਹ ਜਿਹੜਾ ਸਿਮਰਨ ਹੈ ਨਾ, ਉਹਦਾ ਅਭਿਆਸ ਕਰਾਂਗੇ ਪਹਿਲਾਂ, ਫਿਰ ਹੋਵੇਗਾ। ਅੱਗੇ ਕੀ ਲਿਖਿਆ? ਕਲ ਕਲੇਸ਼
ਤਨ ਮਾਹੀ ਮਿਟਾਵੋ। ਹਰ ਇੱਕ ਇਨਸਾਨ ਦੇ ਅੰਦਰ ਕਲਾ ਕਲੇਸ਼ ਹੈ। ਕਿਸੇ ਨੂੰ ਈਰਖਾ, ਕਿਸੇ ਨੂੰ ਨਿੰਦਿਆ, ਕੋਈ ਕਿਸੇ ਨੂੰ ਮਨ ਵਿੱਚ ਬੁਰਾ ਬੋਲੀ ਜਾਂਦਾ, ਕੋਈ ਗਾਲਾਂ ਕੱਢੀ ਜਾਂਦਾ, ਕੋਈ ਬੁਰਾ ਸੋਚੀ ਜਾਂਦਾ। ਕਲਾ ਕਲੇਸ਼ ਅੰਦਰ ਚੱਲਦਾ ਹੈ। ਜਿਹੜੀ ਫਿਰ ਉਹ ਕਲਾ ਕਲੇਸ਼ ਹੈ ਨਾ, ਉਹ ਸਿਮਰਨ ਕਰਨ ਦੇ ਨਾਲ ਉਹ ਇਨਸਾਨ ਦੇ ਅੰਦਰੋਂ ਖਤਮ ਹੋ ਜਾਵੇਗੀ। ਸਿਮਰੋ ਜਾਸ ਬਸੰਬਰ ਇੱਕ ਹੈ। ਵਿਸੰਬਰ ਕਹਿੰਦੇ ਹਨ ਜਿਹੜਾ ਸਾਰੇ ਸੰਸਾਰ ਦਾ ਪਾਲਣਹਾਰਾ ਵਾਹਿਗੁਰੂ ਪਰਮੇਸ਼ਰ, ਕਹਿੰਦੇ ਉਸ ਦਾ ਸਿਮਰਨ ਕਰੋ, ਸਾਰੇ ਸੰਸਾਰ ਨੂੰ ਉਹੀ ਦਿੰਦਾ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿੰਦੇ ਟੁੱਟ ਨਾ ਆਵੇ, ਅਕੰਤ ਪਰੇ ਭੰਡਾਰ। ਉਸ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ। ਕਿਸੇ ਤੋਂ ਹੋਰ ਤੋਂ ਆਸ ਨਹੀਂ ਰੱਖਣੀ ਚਾਹੀਦੀ। ਨਾਮ ਜਪਤ ਅਗਣਤ ਅਨੇਕੇ। ਨਾਮ ਨੂੰ ਜਪਨ ਕਰਕੇ ਕਿੰਨੇ ਹੀ ਪਾਪੀ ਪੁਰਸ਼, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ, ਉਹਨਾਂ ਨੇ ਆਪਣੇ ਪਾਪਾਂ ਨੂੰ ਨਾਮ ਦੇ ਦੁਆਰਾ ਸਾਫ਼ ਕਰਕੇ ਇਸ ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਉਹ ਪਾਰ ਹੋ ਗਏ। ਵੇਦ ਪੁਰਾਨ ਸਿਮਰਤ ਸੁਧਾਖਰ। ਵੇਦਾਂ ਦੇ, ਪੁਰਾਣਾਂ ਦੇ, ਉਹ ਸਿਮਰਤੀਆਂ ਦੇ ਜਿਹੜੇ ਅੱਖਰ ਸੀ, ਕੀਨੇ ਰਾਮ ਨਾਮ ਇੱਕ ਆਖਰ, ਜਿਹੜੇ ਉਹ ਅੱਖਰ ਸ਼ੁੱਧ ਕੀਤੇ ਹਨ। ਕਿਸ ਨੇ ਕੀਤੇ ਹਨ? ਇੱਕ ਰਾਮ ਨਾਮ ਦੇ ਇੱਕ ਅੱਖਰ ਨੇ, ਜਾਣੀ ਰਾਰੇ ਅੱਖਰ ਨੇ। ਜੇ ਰਾਰਾ ਅੱਖਰ ਉਹਨਾਂ ਵੇਦਾਂ ਸ਼ਾਸਤਰਾਂ ਦੇ, ਸਿਮਰਤੀਆਂ ਦੇ ਵਿੱਚ ਆ ਗਿਆ, ਉਸ ਰਾਮ ਨਾਮ ਦੇ ਇੱਕ ਅੱਖਰ ਨੇ ਉਹ ਜਿਹੜੇ ਵੇਦ ਸ਼ਾਸਤਰ ਸਿਮਰਤ ਸੀ ਉਹ ਪੂਜਨਯੋਗ ਕਰ ਦਿੱਤੇ। ਕਿਨਕਾ ਏਕ ਜਿਸ ਜੀ ਵਸਾਵੇ, ਕਹਿੰਦੇ ਉਸ ਵਾਹਿਗੁਰੂ ਦਾ ਏਕ ਕਿਨਕਾ ਜਿਹੜਾ ਵੀ ਆਪਣੇ ਅੰਦਰ ਵਸਾ ਲਵੇਗਾ, ਤਾਂ ਕਿ ਮਹਿਮਾ ਗਣੀ ਨਾ ਆਵੇ। ਉਸ ਦੀ ਮਹਿਮਾ ਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ। ਕਾਂਖੀ ਏਕ ਹੈ ਦਰਸ ਤੁਹਾਰੋ। ਜਿਹੜੇ ਪੁਰਸ਼, ਜਿਹੜੇ ਜੀਵ ਤੇਰੇ ਦਰਸ਼ਨਾਂ ਨੂੰ ਲੋਚਦੇ ਹਨ, ਨਾਨਕ ਉਨ ਸੰਗ ਮੋਹਿ ਉਧਾਰੋ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਉਹਨਾਂ ਦੇ ਨਾਲ ਮੇਰਾ ਉਧਾਰ ਹੋਵੇਗਾ। ਹਾਲਾਂਕਿ ਉਹਨਾਂ ਨੇ ਦਰਸ਼ਨ ਕੀਤੇ ਨਹੀਂ ਆ, ਚਾਹੁੰਦੇ ਹਨ। ਜਿਹੜੇ ਚਾਹੁੰਦੇ ਹਨ, ਸੇਵਾ ਸਿਮਰਨ ਦੇ ਨਾਲ ਜੁੜੇ ਹੋਏ ਹਨ, ਸਿਰਫ ਪਰਮੇਸ਼ਰ ਨੂੰ ਪਾਉਣ ਵਾਸਤੇ ਨਿਸ਼ਕਾਮ ਹੋ ਕੇ ਸੇਵਾ ਕਰਦੇ ਹਨ। ਸੇਵਾ ਕਰਤ ਹੋਤ ਨਹਿ ਕਾਮੀ, ਤਾਕੋ ਹੋਵਤ ਪ੍ਰਾਪਤ ਸੁਆਮੀ। ਜਿਹੜੇ ਚਾਹੁੰਦੇ ਹਨ, ਕਹਿੰਦੇ ਉਹਨਾਂ ਦੇ ਨਾਲ ਵੀ ਇਨਸਾਨ ਦਾ ਉਧਾਰ ਹੋ ਸਕਦਾ ਹੈ, ਉਹਨਾਂ ਦਾ ਸੰਗ ਕਰਕੇ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਜਿਹੜਾ ਸਾਰਿਆਂ ਸੁੱਖਾਂ ਦਾ ਅੰਮ੍ਰਿਤ ਹੈ ਉਹ ਨਾਮ ਹੈ, ਤੇ ਭਗਤਾਂ ਦੇ ਮਨ ਵਿੱਚ ਉਹ ਟਿਕਿਆ ਹੋਇਆ ਹੈ। ਭਗਤ ਉੱਥੇ ਹੀ ਨਾਮ ਦੇ ਨਾਲ ਜੁੜੇ ਹੋਏ ਹਨ। ਰਹਾਓ। ਪ੍ਰਭ ਕੈ ਸਿਮਰਨ ਗਰਭ ਨਾ ਵਸੈ। ਇਹ ਜਿਹੜਾ ਜੀਵ ਹੈ 9 ਮਹੀਨੇ ਮਾਤਾ ਦੇ ਉਦਰ ਦੇ ਵਿੱਚ ਪੁੱਠਾ ਲਮਕਦਾ ਹੈ। ਹੋਰ ਦੁਨੀਆਂ ਦੇ ਵਿੱਚ ਵੀ ਇਹ ਪੁੱਠਾ ਲਮਕਦਾ ਹੈ। ਤੇ ਜਿਹੜਾ ਇਨਸਾਨ ਪ੍ਰਭੂ ਦਾ ਸਿਮਰਨ ਕਰਦਾ ਹੈ,
ਕਹਿੰਦੇ ਫਿਰ ਉਹ ਮਾਤਾ ਦੇ ਗਰਭ ਦੇ ਵਿੱਚ ਉਹਦਾ ਫਿਰ ਵਾਸਾ ਨਹੀਂ ਹੁੰਦਾ ਉਹਦਾ, ਯਾਨੀ ਜਿਹੜਾ ਉਹ ਦੁੱਖ ਹੈ ਨਾ, ਪੁੱਠਾ ਲਮਕਣਾ, ਜੋ ਵੀ ਮਾਤਾ ਦਾ ਮਲ ਮੂਤਰ ਆ ਉਹ ਇਨਸਾਨ ਦੇ ਉੱਪਰ ਦੀ ਲੰਘਦਾ ਹੈ, ਠੰਡਾ ਗਰਮ। ਜਦੋਂ ਇਹ ਬੱਚਾ ਜਨਮ ਲੈਂਦਾ ਹੈ ਤਾਂ ਇਹਦੇ ਸਰੀਰ ਦੇ ਉੱਤੇ ਲਾਲ ਲਾਲ ਚਟਾਕ ਹੁੰਦੇ ਹਨ। ਉਹ ਕਿਉਂ? ਕਿਉਂਕਿ ਜਿਹੜੀਆਂ ਚੀਜ਼ਾਂ ਮਾਤਾ ਖਾਂਦੀ ਹੈ ਗਰਮ ਠੰਡੀਆਂ, ਉਹ ਫਿਰ ਸਰੀਰ ਦੇ ਉੱਪਰ ਦੀ ਲੰਘਦੀਆਂ ਹਨ। ਉਹ ਫਿਰ ਸਰੀਰ ਇਹਦਾ ਉਹ ਲੰਘਣ ਕਰਕੇ ਇਹਨੂੰ ਤਕਲੀਫ ਹੁੰਦੀ ਹੈ। ਪਰ ਉੱਥੇ 24 ਘੰਟੇ ਇਹ ਸਵਾਸ ਵਾਹਿਗੁਰੂ ਦਾ ਸਿਮਰਨ ਕਰਨ ਕਰਕੇ ਜਿਹੜੀ ਉਹ ਤਕਲੀਫ ਹੈ ਨਾ ਇਹਦੇ ਸਰੀਰ ਨੂੰ ਜਿਹੜੀ ਹੁੰਦੀ ਹੈ, ਇਹਦੇ ਮਨ ਤੱਕ ਨਹੀਂ ਪਹੁੰਚਦੀ, ਇਹਨੂੰ ਮਹਿਸੂਸ ਨਹੀਂ ਹੁੰਦਾ। ਕਹਿੰਦੇ ਉਹ ਤਕਲੀਫਾਂ ਇਸ ਨੂੰ ਮਿਲਣਗੀਆਂ ਨਹੀਂ ਜੇਕਰ ਇਹ ਪ੍ਰਭੂ ਦਾ ਸਿਮਰਨ ਕਰੇਗਾ। ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਦੁੱਖ ਦੇਣ ਵਾਲੇ ਜਿਹੜੇ ਜਮ ਹਨ ਉਹ ਵੀ ਭੱਜ ਜਾਂਦੇ ਹਨ। ਜਿਵੇਂ ਅਜਾਮਲ ਨੇ ਅੰਤ ਵੇਲੇ ਨਾਰਾਇਣ ਦਾ ਨਾਮ ਲਿਆ, ਹਾਲਾਂਕਿ ਨਾਰਾਇਣ ਉਹਦੇ ਪੁੱਤਰ ਦਾ ਨਾਮ ਸੀ। ਸੰਤਾਂ ਨੇ ਉਸ ਨੂੰ ਦੱਸਿਆ ਵੀ ਆਪਣੇ 7ਵੇਂ ਪੁੱਤਰ ਦਾ ਨਾਮ ਤੂੰ ਨਾਰਾਇਣ ਰੱਖ ਦੇ। ਜਿਹੜਾ ਵੀ ਤੈਂ ਕੰਮ ਕਹਿਣਾ ਉਹਨੂੰ ਕਹਿਣਾ, ਨਾਰਾਇਣ ਇੱਧਰ ਆ, ਨਾਰਾਇਣ ਆ ਕੰਮ ਕਰ, ਆਸਮਾਨ ਚੱਕ। ਬਸ ਸਾਰਾ ਦਿਨ ਤਾਂ ਉਸ ਨੂੰ ਬੁਲਾਉਣਾ, ਉਹਨੂੰ ਕੰਮ ਕਹਿਣਾ। ਨਾਰਾਇਣ ਹੈ ਪਰਮੇਸ਼ਰ ਦਾ ਨਾਮ। ਸੰਤਾਂ ਨੇ ਜੁਗਤੀ ਦੱਸਦੀ, ਉਸਨੇ ਬਚਨ ਮੰਨ ਲਿਆ। ਜਦੋਂ ਅੰਤ ਵੇਲੇ ਜਮ ਉਸ ਨੂੰ ਲੈਣ ਆਏ, ਕਿਉਂਕਿ ਪਾਪੀ ਸੀ, ਉਹ ਬਹੁਤ ਵੱਡਾ ਪਾਪੀ ਸੀ, ਤੇ ਉਹ ਐਡਾ ਵੱਡਾ ਪਾਪੀ ਸੀ ਉਹਨੂੰ ਗੁਰਬਾਣੀ ਦੇ ਵਿੱਚ ਵੀ ਪਾਪੀ ਲਿਖ ਦਿੱਤਾ। ਅਜਾਮਲ ਪਾਪੀ ਜਗ ਜਾਣੈ। ਗੁਰਬਾਣੀ ਨੇ ਵੀ ਮੋਹਰ ਲਾਤੀ ਉਹਦੇ ਉੱਤੇ ਵੀ ਇਹ ਪਾਪੀ ਆ। ਨਿਮਕ ਮਾਹੇ ਨਿਸਤਾਰਾ, ਉਹਦਾ ਨਿਮਕ ਦੇ ਵਿੱਚ ਨਿਸਤਾਰਾ ਹੋ ਗਿਆ, ਉਹਨੇ ਸੰਤਾਂ ਦਾ ਬਚਨ ਕਮਾ ਲਿਆ। ਜਦੋਂ ਅੰਤ ਵੇਲੇ ਜਮਦੂਤ ਉਸ ਨੂੰ ਲੈਣ ਆਏ, ਸੰਗਲ ਫੜ ਕੇ ਡੰਡੇ ਲੈ ਕੇ, ਹੁਣ ਇਹਨੂੰ ਮਾਰਦੇ ਕੁੱਟਦੇ ਆਪਾਂ ਨਰਕਾਂ 'ਚ ਲੈ ਕੇ ਜਾਵਾਂਗੇ, ਉਹ ਡਰ ਗਿਆ। ਉਸਨੇ ਆਪਣੇ ਪੁੱਤਰ ਨਾਰਾਇਣ ਨੂੰ ਆਵਾਜ਼ ਮਾਰੀ। ਨਾਰਾਇਣ ਕਿਹਾ ਤਾਂ ਅੰਤ ਵੇਲਾ ਸੀ, ਜਮਦੂਤ ਉਸੇ ਵੇਲੇ ਭੱਜ ਗਏ। ਦੇਵਤੇ ਆ ਗਏ, ਉਸ ਨੂੰ ਬੈਕੁੰਠ 'ਚ ਜਹਾਜ਼ ਵਿੱਚ ਬਿਠਾ ਕੇ ਲੈ ਗਏ। ਯਾਨੀ ਪ੍ਰਭੂ ਦਾ ਸਿਮਰਨ ਜਦ ਆਪਾਂ ਸਿਮਰਨ ਕਰੀ ਜਾਵਾਂਗੇ, ਜਿਹੜੀ ਅਵਸਥਾ ਬਣ ਜਾਵੇਗੀ ਊਠਤ ਬੈਠਤ ਸੋਭਤ ਨਾਮ ਵਾਲੀ, ਫਿਰ ਉਹ ਸਿਮਰਨ ਕਰਨ ਕਰਕੇ ਜਿਹੜੇ ਜੰਮ ਵੀ ਹਨ ਉਹ ਵੀ ਇਨਸਾਨ ਦੇ ਕੋਲ ਨਹੀਂ ਆਉਂਦੇ। ਪ੍ਰਭ ਕੈ ਸਿਮਰਨ ਕਾਲ ਪਰ ਹਰੈ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਕਾਲ ਵੀ ਦੂਰ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਦੁਸ਼ਮਣ ਵੀ ਦੂਰ ਹੋ ਜਾਂਦੇ ਹਨ, ਉਹ ਵੀ ਲਾਗੇ ਨਹੀਂ ਆਉਂਦੇ। ਪ੍ਰਭ ਸਿਮਰਤ ਕਛ ਬਿਗਨ ਨ ਲਾਗੈ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਕੋਈ ਬਿਗਨ ਨਹੀਂ ਲੱਗਦਾ। ਪ੍ਰਭ ਕੈ ਸਿਮਰਨ ਅਨਦਿਨ ਜਾਗੈ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਇਹ ਜਾਗਰਤ ਅਵਸਥਾ ਦੇ ਵਿੱਚ ਆ ਜਾਂਦਾ ਹੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਇਸ ਨੂੰ ਕੋਈ ਡਰ ਨਹੀਂ ਲੱਗਦਾ। ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਪ੍ਰਭੂ ਦਾ ਸਿਮਰਨ ਐਸਾ ਹੈ, ਇਹਨੂੰ ਕੋਈ ਦੁੱਖ ਵੀ ਇਸ ਨੂੰ ਸਾੜਦਾ ਨਹੀਂ ਹੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ। ਜਿਹੜਾ ਪ੍ਰਭੂ ਦਾ ਸਿਮਰਨ ਹੈ ਉਹ ਸੰਤਾਂ ਦਾ ਸੰਗ ਕਰਕੇ ਪ੍ਰਾਪਤ ਹੁੰਦਾ ਹੈ। ਸਰਵ ਨਿਧਾਨ ਨਾਨਕ ਹਰ ਰੰਗ। ਜਿਹੜਾ ਸਾਰਾ ਖਜ਼ਾਨਾ ਹੈ, ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਉਹ ਪਰਮੇਸ਼ਰ ਦੇ ਰੰਗ ਵਿੱਚ ਰਤਿਆ ਨੂੰ ਪ੍ਰਾਪਤ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਰਿੱਧੀਆਂ ਹੋਈਆਂ ਵਸਤੂਆਂ, ਤਿਆਰ ਕੀਤੀਆਂ ਵਸਤੂਆਂ ਸਿੱਧੀਆਂ
9 ਨਿਧੀਆਂ, ਸਾਰੀ ਦੁਨੀਆ ਦੇ ਖਜ਼ਾਨੇ ਸਭ ਕਹਿੰਦੇ ਇਨਸਾਨ ਦੇ ਦਰਵਾਜ਼ੇ ਉੱਤੇ ਆ ਕੇ ਖੜ ਜਾਂਦੇ ਹਨ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਇਸ ਨੂੰ ਆਤਮ ਗਿਆਨ ਹੁੰਦਾ ਹੈ, ਧਿਆਨ ਇਕਾਗਰ ਹੁੰਦਾ ਹੈ, ਤਤ ਬੁੱਧ ਪ੍ਰਾਪਤ ਹੁੰਦੀ ਹੈ। ਪ੍ਰਭ ਕੈ ਸਿਮਰਨ ਜਪ ਤਪ ਪੂਜਾ। ਪ੍ਰਭੂ ਦੇ ਸਿਮਰਨ ਦੇ ਵਿੱਚ ਹੀ ਜਪ ਹੈ, ਤਪ ਹੈ, ਪੂਜਾ ਹੈ। ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਦੂਸਰਾ ਭਾਵ ਦਵੰਦ ਭਾਵ ਮੇਰਾ ਤੇਰਾ ਇਨਸਾਨ ਦਾ ਖਤਮ ਹੋ ਜਾਂਦਾ ਹੈ। ਮੇਰਾ ਤੇਰਾ ਕਰਕੇ ਇਨਸਾਨ ਦੁਖੀ ਹੈ। ਜਦ ਮੇਰਾ ਤੇਰਾ ਮੁੱਕ ਗਿਆ ਫਿਰ ਇਹ ਸੁਖੀ ਹੈ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ। ਪ੍ਰਭੂ ਦੇ ਸਿਮਰਨ ਦੇ ਵਿੱਚ ਹੀ ਤੀਰਥਾਂ ਦਾ ਇਸ਼ਨਾਨ ਹੈ। ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭੂ ਦਾ ਸਿਮਰਨ ਕਰਨ ਨਾਲ ਇਸ ਨੂੰ ਦਰਗਾਹ ਦੇ ਵਿੱਚ ਵੀ ਮਾਨ ਪ੍ਰਾਪਤ ਹੁੰਦਾ ਹੈ। ਪ੍ਰਭ ਕੈ ਸਿਮਰਨ ਹੋਏ ਸੋ ਭਲਾ। ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਇਨਸਾਨ ਦਾ ਭਲਾ ਭਲਾ ਹੀ ਹੈ, ਕਦੀ ਬੁਰਾ ਨਹੀਂ ਹੁੰਦਾ। ਪ੍ਰਭ ਕੈ ਸਿਮਰਨ ਸੁਫਲ ਫਲਾ। ਇਸ ਨੂੰ ਸਫਲ ਫਲ ਪ੍ਰਾਪਤ ਹੁੰਦੇ ਹਨ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ। ਸੇ ਸਿਮਰਿਆ ਜਿਨ ਆਪ ਸਮਰਾਏ, ਨਾਨਕ ਤਾਕੈ ਲਾਗੋ ਪਾਏ। ਸਿਮਰਦਾ ਉਹੀ ਆ ਜਿਹਦੇ ਉੱਤੇ ਪਰਮੇਸ਼ਰ ਆਪ ਸਮਰਾਏ ਉਸ ਤੋਂ। ਹਰ ਕੋਈ ਉਹਦਾ ਸਿਮਰਨ ਵੀ ਨਹੀਂ ਕਰ ਸਕਦਾ। ਜਿਹੜੇ ਸਿਮਰਦੇ ਹਨ, ਜਿਹੜੇ ਉਹਦੇ ਨਾਲ ਜੁੜੇ ਹੋਏ ਹਨ, ਗੁਰੂ ਜੀ ਕਹਿੰਦੇ ਨੇ ਮੈਂ ਉਹਨਾਂ ਦੇ ਪੈਰੀ ਪੈਂਦਾ ਹਾਂ, ਜਾਨੀ ਉਹਨਾਂ ਨੂੰ ਮੈਂ ਨਮਸਕਾਰ ਕਰਦਾ ਹਾਂ, ਉਹਨਾਂ ਨੂੰ ਮੱਥਾ ਟੇਕਦਾ ਹਾਂ। ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਪ੍ਰਭੂ ਦਾ ਸਿਮਰਨ ਸਭ ਤੋਂ ਉੱਚਾ ਹੈ। ਉੱਚੇ ਉੱਪਰ ਉੱਚਾ ਨਾਮ, ਯਾਨੀ ਪਰਮੇਸ਼ਰ ਤੋਂ ਵੀ ਉੱਚਾ ਪਰਮੇਸ਼ਰ ਦਾ ਨਾਮ ਹੈ। ਪ੍ਰਭ ਕੈ ਸਿਮਰਨ ਉਧਰੈ ਮੂਚਾ। ਪ੍ਰਭੂ ਦਾ ਸਿਮਰਨ ਕਰਨ ਨਾਲ ਪਾਪੀ ਤੋਂ ਪਾਪੀ ਵੀ ਇਨਸਾਨ ਦਾ ਉਧਾਰ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੇ। ਜਿਹੜੀ ਤ੍ਰਿਸ਼ਨਾ ਹੈ ਨਾ, ਇਹ ਇਨਸਾਨ ਨੂੰ ਬਹੁਤ ਦੁਖੀ ਕਰਦੀ ਹੈ। ਇੱਕ ਚੀਜ਼ ਮਿਲ ਗਈ, ਦੂਜੀ ਦੀ ਭੁੱਖ ਪੈਦਾ ਹੋ ਜਾਂਦੀ ਹੈ। ਉਹ ਮਿਲ ਗਈ, ਹੋਰ ਭੁੱਖ ਪੈਦਾ ਹੋ ਜਾਂਦੀ ਹੈ। ਜਿਹੜੀ ਉਹ ਭੁੱਖ ਹੈ ਨਾ, ਭੁੱਖ ਜਿਹੜਾ ਇਹਨੂੰ ਭੁੱਖ ਲੱਗੀ ਹੋਵੇ ਕਦੀ ਸੁਖੀ ਨਹੀਂ ਹੁੰਦਾ, ਉਹ ਦੁਖੀ ਰਹਿੰਦਾ ਹੈ। ਜਦੋਂ 2 ਰੋਟੀਆਂ ਅੰਦਰ ਜਾਂਦੀਆਂ ਫਿਰ ਸੁਖੀ ਹੋ ਜਾਂਦਾ, ਫਿਰ ਭੁੱਖ ਲੱਗਦੀ ਹੈ, ਫਿਰ ਦੁਖੀ ਹੁੰਦਾ। ਇਸ ਤਰ੍ਹਾਂ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ ਨਾ, ਇਹ ਬਾਰ-ਬਾਰ ਇਨਸਾਨ ਨੂੰ ਦੁਖੀ ਕਰਦੀ ਹੈ। ਕਹਿੰਦੇ ਪ੍ਰਭੂ ਦਾ ਸਿਮਰਨ ਕਰਨ ਨਾਲ ਉਹ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਨਾ, ਉਹ ਇਨਸਾਨ ਦੀ ਬੁਝ ਜਾਂਦੀ ਹੈ। ਪ੍ਰਭ ਕੈ ਸਿਮਰਨ ਸਭ ਕੁਝ ਸੁਝੈ। ਇਹਨੂੰ ਫਿਰ ਸਭ ਕੁਝ ਪਤਾ ਲੱਗਣ ਲੱਗ ਪੈਂਦਾ ਹੈ ਪ੍ਰਭੂ ਦੇ ਸਿਮਰਨ ਕਰਨ ਕਰਕੇ, ਵੀ ਕਿਹੜੀ ਵਸਤੂ ਸੱਤ ਵਾ, ਕਿਹੜੀ ਅਸੱਤ ਹੈ। ਫਿਰ ਅਸੱਤ ਨੂੰ, ਝੂਠੀ ਨੂੰ ਛੱਡ ਦਿੰਦਾ ਹੈ, ਸੱਚੀ ਚੀਜ਼ ਨੂੰ ਇਹ ਫੜ ਲੈਂਦਾ ਹੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ। ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਜਮਾਂ ਦੀ ਤਰਾਸ ਵੀ, ਜਮਾਂ ਦਾ ਡਰ ਵੀ, ਉਹ ਵੀ ਖਤਮ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਸਾਰੀਆਂ ਆਸਾਂ ਪੂਰੀਆਂ ਹੁੰਦੀਆਂ ਹਨ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਜਿਹੜੀ ਮਨ ਦੀ ਮੈਲ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਇਆ ਸਿਆਹੋ। ਜਨਮਾਂ ਜਨਮਾਂ ਦੀ ਇਸ ਨੂੰ ਪਾਪਾਂ ਦੀ ਮੈਲ ਲੱਗੀ ਹੋਈ ਹੈ। ਇੱਕ ਇਨਸਾਨ ਹੀ ਹੈ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਕੇ ਆਪਣੀ ਉਹ ਮੈਲ ਧੋ ਸਕਦਾ ਹੈ। ਅੰਮ੍ਰਿਤ ਨਾਮ ਹਿਰਦ ਮਾਹੇ ਸਮਾਏ। ਕਦੇ ਵਾਹਿਗੁਰੂ 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 ਕਰੇਗਾ, ਇਹਦੀ ਜਿਹੜੀ ਮੈਲ ਆ ਉਹ ਨਿਕਲ ਜਾਵੇਗੀ। ਜਿਹੜਾ ਫਿਰ ਅੰਮ੍ਰਿਤ ਰੂਪੀ ਉਹ ਨਾਮ ਹੈ, ਉਹ ਇਨਸਾਨ ਦੇ ਅੰਦਰ ਆ ਕੇ ਸਮਾ ਜਾਂਦਾ ਹੈ। ਪ੍ਰਭ ਜੀ ਵਸੇ ਸਾਧ ਕੀ ਰਸਨਾ। ਜਿਹੜੇ ਸਾਧੂ ਸੰਤ ਹਨ ਉਹ ਵਾਹਿਗੁਰੂ ਵਾਹਿਗੁਰੂ ਕਰਦੇ ਰਹਿੰਦੇ ਹਨ ਅਤੇ ਉਹਨਾਂ ਦੀ ਰਸਨਾ ਦੇ ਉੱਤੇ ਆ ਕੇ ਵਾਹਿਗੁਰੂ ਪਰਮੇਸ਼ਰ ਦਾ ਵਾਸਾ ਹੋ ਜਾਂਦਾ ਹੈ। ਅਤੇ ਫਿਰ ਜਿਹੜੇ ਉਹ ਬਚਨ ਕਰਦੇ ਹਨ ਉਹ ਪੂਰੇ ਹੁੰਦੇ ਹਨ। ਨਾਨਕ ਜਨ ਕਾ ਦਾਸਨ ਦਸਣਾ। ਗੁਰੂ ਜੀ ਕਹਿੰਦੇ ਨੇ ਮੈਂ ਉਹਨਾਂ ਦਾਸਾਂ ਦਾ ਦਾਸ ਹਾਂ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਹਨ। ਪ੍ਰਭ ਕੋ ਸਿਮਰੈ ਸੇ ਧਨਵੰਤੇ। ਪ੍ਰਭੂ ਦਾ ਸਿਮਰਨ ਕਰਨ ਵਾਲੇ ਹੀ ਧਨਵਾਨ ਹਨ।
ਪ੍ਰਭ ਕੋ ਸਿਮਰੇ ਸੇ ਪਤਵੰਤੇ, ਉਹ ਚੰਗੇ ਸੱਜਣ ਹਨ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਹਨ। ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਕਹਿੰਦੇ ਉਹ ਪ੍ਰਵਾਨ ਹੈ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਿਹੜੇ ਪਰਮੇਸ਼ਰ ਦਾ ਸਿਮਰਨ ਕਰਦੇ ਹਨ। ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਕਹਿੰਦੇ ਉਹ ਇਨਸਾਨ ਪ੍ਰਧਾਨ ਹੈ, ਸਾਰੇ ਪੁਰਖਾਂ ਦੇ ਵਿੱਚੋਂ ਪ੍ਰਧਾਨ ਹੈ ਜਿਹੜਾ ਪ੍ਰਭੂ ਦਾ ਸਿਮਰਨ ਕਰਦਾ ਹੈ। ਪ੍ਰਭ ਕੋ ਸਿਮਰੇ ਸੇ ਬੇਮੁਹਤਾਜੇ, ਉਹ ਕਿਸੇ ਦੇ ਮੁਹਤਾਜ ਨਹੀਂ ਹੁੰਦੇ, ਪ੍ਰਭੂ ਦਾ ਸਿਮਰਨ ਕਰਨ ਵਾਲੇ ਬੇਪਰਵਾਹ ਹੁੰਦੇ ਹਨ। ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਉਹ ਸਾਰਿਆਂ ਦੇ ਰਾਜੇ ਹਨ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਹਨ। ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭੂ ਦਾ ਸਿਮਰਨ ਕਰਨ ਵਾਲੇ ਹਮੇਸ਼ਾ ਸੁਖੀ ਰਹਿੰਦੇ ਹਨ। ਪ੍ਰਭ ਕੋ ਸਿਮਰਹਿ ਸਦਾ ਅਬਨਾਸੀ, ਉਹ ਨਾ ਉਹ ਕਦੀ ਉਹਨਾਂ ਦਾ ਨਾਸ ਹੁੰਦਾ ਹੈ, ਦੁਨੀਆ ਉੱਤੇ ਹਮੇਸ਼ਾ ਰਹਿੰਦੇ ਹਨ। ਕਦੀ ਮਹਾਰਾਜ ਨੇ ਕਿਹਾ ਹੈ ਨਾ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ ਕਹੋ ਨਾਨਕ ਇਸ ਜਗਤ ਮੈਂ ਕਿਨ ਜਪਿਓ ਗੁਰਮੰਤ। ਨਾਮ ਵੀ ਰਹੇਗਾ, ਨਾਮ ਨੂੰ ਜਪਣ ਵਾਲੇ ਸਾਧੂ ਵੀ ਰਹਿਣਗੇ, ਗੁਰੂ ਵੀ ਰਹੇਗਾ, ਗੋਬਿੰਦ ਪਰਮੇਸ਼ਰ ਵੀ ਰਹੇਗਾ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਜਿਹਦੇ ਉੱਤੇ ਕਿਰਪਾ ਹੋ ਜਾਵੇ ਉਹ ਸਿਮਰਨ ਦੇ ਨਾਲ ਜੁੜ ਜਾਂਦਾ ਹੈ। ਨਾਨਕ ਜਨ ਕੀ ਮੰਗੈ ਰਵਾਲਾ, ਗੁਰੂ ਜੀ ਕਹਿੰਦੇ ਹਨ, ਗੁਰੂ ਨਾਨਕ ਦੇਵ ਜੀ, ਮੈਂ ਉਸ ਜਨ ਦੀ ਧੂਲੀ ਨੂੰ ਮੰਗਦਾ ਹਾਂ ਜਿਹੜਾ ਤੇਰਾ ਸਿਮਰਨ ਕਰਦੇ ਹਨ। ਪ੍ਰਭ ਕੋ ਸਿਮਰੇ ਸੇ ਪਰਉਪਕਾਰੀ, ਪ੍ਰਭੂ ਦਾ ਸਿਮਰਨ ਕਰਨ ਵਾਲੇ ਹੀ ਸੱਚੇ ਪਰਉਪਕਾਰੀ ਹਨ। ਪ੍ਰਭ ਕੋ ਸਿਮਰ ਹੈ ਤਿਨ ਸਦਬਲਹਾਰੀ, ਪ੍ਰਭੂ ਦੇ ਸਿਮਰਨ ਕਰਨ ਵਾਲਿਆਂ ਤੋਂ ਗੁਰੂ ਜੀ ਕਹਿੰਦੇ ਮੈਂ ਬਲਹਾਰ ਜਾਂਦਾ ਹਾਂ। ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਉਹਨਾਂ ਦੇ ਮੁਖ ਚੰਗੇ ਹਨ, ਪਵਿੱਤਰ ਹਨ ਜਿਹੜੇ ਸਿਮਰਨ ਕਰਦੇ ਹਨ। ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੇ, ਉਹਨਾਂ ਦੀ ਚੰਗੀ ਸੁੱਖਾਂ ਵਾਲੀ ਜੀਵਨ ਬਤੀਤ ਹੁੰਦੀ ਹੈ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਹਨ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਉਹ ਆਪਣੇ ਮਨ ਨੂੰ ਜਿੱਤ ਲੈਂਦੇ ਹਨ ਪ੍ਰਭੂ ਦਾ ਸਿਮਰਨ ਕਰਨ ਵਾਲੇ। ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਉਹਨਾਂ ਜਿਹੜੀ ਰੀਤੀ ਹੈ ਉਹ ਬੜੀ ਨਿਰਮਲ ਤੇ ਪਵਿੱਤਰ ਹੁੰਦੀ ਹੈ। ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ, ਪ੍ਰਭੂ ਦੇ ਸਿਮਰਨ ਕਰਨ ਨੂੰ ਕਨੇਰੇ ਹੀ ਆਨੰਦ ਹਨ, ਬਹੁਤ ਆਨੰਦ ਹੈ ਉਹਨਾਂ ਨੂੰ। ਪ੍ਰਭ ਕੋ ਸਿਮਰੈ ਬਸੇ ਹਰ ਨੇਰੇ, ਪ੍ਰਭੂ ਦਾ ਸਿਮਰਨ ਕਰਨ ਨਾਲ ਉਹ ਹਰੀ ਦੇ ਨੇੜੇ ਹੋ ਕੇ ਵਸ ਜਾਂਦੇ ਹਨ। ਸੰਤ ਕਿਰਪਾ ਤੇ ਅਨੰਦਨ ਜਾਗ, ਸੰਤਾਂ ਦੀ ਕਿਰਪਾ ਦੇ ਨਾਲ ਇਹ ਜਾਗਰਤ ਅਵਸਥਾ ਦੇ ਵਿੱਚ ਆ ਜਾਂਦਾ, ਇਹਦਾ ਮਨ ਜਾਗ ਜਾਂਦਾ ਹੈ ਤੇ ਪਰਮੇਸ਼ਰ ਦੇ ਨਾਲ ਇਹ ਜੁੜਿਆ ਰਹਿੰਦਾ ਹੈ। ਨਾਨਕ ਸਿਮਰਨ ਪੂਰੇ ਭਾਗ, ਤੇ ਪੂਰੇ ਭਾਗਾਂ ਦੇ ਨਾਲ ਹੀ ਇਨਸਾਨ ਪਰਮੇਸ਼ਰ ਦਾ ਸਿਮਰਨ ਕਰ ਸਕਦਾ ਹੈ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਸਾਰੇ ਕਾਰਜ ਪੂਰੇ ਹੁੰਦੇ ਹਨ। ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ, ਪ੍ਰਭ ਦਾ ਸਿਮਰਨ ਕਰਨ ਵਾਲੇ ਨਾਲ ਉਹ ਜਿਹੜੀ ਝੂਰਨਾ ਹੈ ਉਹ ਇਨਸਾਨ ਦੀ ਖਤਮ ਹੋ ਜਾਂਦੀ ਹੈ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਜਿਹੜੀ ਉਹਨਾਂ ਦੀ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਹੀ ਹਰੀ ਦੇ ਗੁਣਾਂ ਦੀ ਬਾਣੀ ਹੈ। ਪ੍ਰਭ ਕੈ ਸਿਮਰਨ ਸਹਿਜ ਸਮਾਣੀ, ਪ੍ਰਭੂ ਦਾ ਸਿਮਰਨ ਦੇ ਵਿੱਚ ਹੀ ਜਦ ਉਹ ਫਿਰ ਜਿਹੜੇ ਇਨਸਾਨ ਹਨ ਉਹਦੇ ਵਿੱਚ ਸਮਾ ਜਾਂਦੇ ਹਨ, ਪ੍ਰਭੂ ਦੇ ਸਿਮਰਨ ਦੇ ਵਿੱਚ ਸਮਾ ਜਾਂਦੇ ਹਨ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭੂ ਦਾ ਸਿਮਰਨ ਕਰਕੇ ਇਨਸਾਨ ਜਿਹੜਾ ਇੱਕ ਤਾਂ ਚਲ ਅਵਸਥਾ, ਇੱਕ ਅਚਲ ਅਵਸਥਾ ਹੈ, ਯਾਨੀ ਜਿਹੜਾ ਜੀਵ ਹੈ ਅਚਲ ਅਵਸਥਾ ਦੇ ਵਿੱਚ ਉਹਦਾ ਫਿਰ ਉਹਦਾ ਆਸਨ ਇਸ ਨੂੰ ਮਿਲ ਜਾਂਦਾ ਹੈ, ਯਾਨੀ ਮਨ ਇਹਦਾ ਠਹਿਰ ਜਾਂਦਾ ਹੈ, ਇੱਧਰ ਉੱਧਰ ਭੱਜਦਾ ਨਹੀਂ। ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਜਿਹੜਾ ਇਹਦਾ ਅੰਦਰਲਾ ਕਮਲ ਹੈ ਉਹ ਫਿਰ ਅੰਦਰ ਇਹਦੇ ਪ੍ਰਗਟ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਇਹਦੇ ਅੰਦਰ ਫਿਰ ਅਨਹਦ ਜਿਹੜਾ ਸ਼ਬਦ ਹੈ ਉਹ ਚੱਲ ਪੈਂਦਾ ਹੈ। ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਪ੍ਰਭੂ ਦਾ ਜਿਹੜਾ ਸਿਮਰਨ ਹੈ ਇਹਦੇ ਜਿਹੜੇ ਸੁੱਖ ਦਾ ਅੰਤ ਨਹੀਂ ਕੋਈ ਹੈ, ਨਾ ਕੋਈ ਇਹਦਾ ਪਾਰਾਵਾਰ ਪਾ ਸਕਦਾ, ਨਾ ਕੋਈ ਇਹਦਾ ਅੰਤ ਪਾ ਸਕਦਾ ਹੈ। ਸਿਮਰੇ ਸੇ ਜਨ ਜਿਨ ਕੋ ਭ੍ਰਮ ਮਾਇਆ,
ਪਰ ਸਿਮਰੂਗਾ ਉਹੀ ਜੇ ਤੇ ਪ੍ਰਭੂ ਦੀ ਕਿਰਪਾ ਹੋਵੇਗੀ। ਨਾਨਕ ਤਿਨ ਜਨ ਸਰਨੀ ਪਿਆ। ਗੁਰੂ ਜੀ ਕਹਿੰਦੇ ਨੇ ਮੈਂ ਜਿਹੜਾ ਸਿਮਰਨ ਕਰਦਾ ਹੈ ਨਾ, ਉਹਦੇ ਮੈਂ ਉਹਦੀ ਮੈਂ ਸ਼ਰਨ ਦੇ ਵਿੱਚ ਰਹਿਣਾ ਚਾਹੁੰਦਾ ਹਾਂ, ਜਾਣੀ ਉਹਦੀ ਸ਼ਰਨ ਵਿੱਚ ਪੈਣਾ ਚਾਹੁੰਦਾ ਹਾਂ। ਹਰ ਸਿਮਰਨ ਕਰ ਭਗਤ ਪ੍ਰਗਟਾਏ। ਹਰੀ ਦਾ ਸਿਮਰਨ ਕਰਨ ਦੇ ਨਾਲ ਹੀ ਭਗਤ ਜਿਹੜੇ ਪ੍ਰਗਟ ਹੋਏ ਹਨ। ਹਰ ਸਿਮਰਨ ਲਗ ਵੇਦ ਉਪਾਏ। ਹਰੀ ਦੇ ਸਿਮਰਨ ਦੇ ਨਾਲ ਹੀ ਵੇਦ ਸ਼ਾਸਤਰ ਲਿਖੇ ਗਏ ਹਨ। ਹਰ ਸਿਮਰਨ ਭਏ ਸਿੱਧ ਜਤੀ ਦਾਤੇ। ਹਰੀ ਦਾ ਸਿਮਰਨ ਕਰਨ ਦੇ ਨਾਲ ਹੀ ਇਨਸਾਨ ਸਿੱਧ ਹੋ ਗਏ, ਜਤੀ ਹੋ ਗਏ, ਦਾਤੇ ਬਣ ਗਏ। ਹਰ ਸਿਮਰਨ ਨੀਚ ਚੌਂਕੁੰਟ ਜਾਤੇ। ਹਰੀ ਦਾ ਸਿਮਰਨ ਕਰਨ ਦੇ ਨਾਲ ਹੀ ਜਿਹੜੇ ਨੀਚ ਸਨ ਉਹਨਾਂ ਨੂੰ ਚੌਹਾਂ ਪਾਸੇ ਉਹ ਪ੍ਰਗਟ ਹੋ ਗਏ, ਜਾਣੀ ਚਾਰੇ ਪਾਸੇ ਉਹਨਾਂ ਦਾ ਬੋਲਬਾਲਾ ਹੋ ਗਿਆ, ਉਹ ਪੂਜਨਯੋਗ ਹੋ ਗਏ। ਹਰ ਸਿਮਰਨ ਧਾਰੀ ਸਭ ਧਰਨਾ। ਜਿੰਨੀ ਵੀ ਧਰਤੀ ਹੈ ਇਹ ਪ੍ਰਭੂ ਦੇ ਸਿਮਰਨ ਦੇ ਨਾਲ ਹੀ ਪੈਦਾ ਹੋਈ ਹੈ। ਸਿਮਰ ਸਿਮਰ ਹਰ ਕਾਰਨ ਕਰਨਾ। ਜਿੰਨੇ ਵੀ ਕਾਰਨ ਹਨ ਜਿਹੜੇ ਤੇਰੇ ਜਿਹੜੇ ਤੇਰੇ ਕੰਮ ਹਨ, ਉਹ ਸਿਮਰਨ ਕਰਨ ਦੇ ਨਾਲ ਪਰਮੇਸ਼ਰ ਤੇਰੇ ਸਾਰੇ ਕਾਰਜ ਆਪ ਹੀ ਕਰੂਗਾ। ਹਰ ਸਿਮਰਨ ਕੀਓ ਸਗਲ ਆਕਾਰਾ। ਹਰੀ ਦੇ ਸਿਮਰਨ ਨੇ ਹੀ ਸਾਰੇ ਆਕਾਰ ਪੈਦਾ ਕੀਤੇ ਹਨ। ਹਰ ਸਿਮਰਨ ਮੈਂ ਆਪ ਨਿਰੰਕਾਰਾ। ਹਰੀ ਦੇ ਸਿਮਰਨ ਦੇ ਵਿੱਚ ਹੀ ਪਰਮੇਸ਼ਰ ਹੈ। ਕਰ ਕਿਰਪਾ ਜਿਸ ਆਪ ਬੁਝਾਇਆ। ਇਹਦੇ ਉੱਤੇ ਕਿਰਪਾ ਹੋ ਗਈ, ਉਸ ਨੂੰ ਇਸ ਗੱਲ ਦੀ ਸੋਝੀ ਆ ਗਈ ਕਿ ਸਭ ਕੁਛ ਤਾਂ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਆ। ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ। ਗੁਰੂ ਦੀ ਕਿਰਪਾ ਦੇ ਨਾਲ ਗੁਰੂ ਵਾਲਾ ਬਣ ਕੇ ਇਸ ਨੇ ਫਿਰ ਉਹ ਸਿਮਰਨ ਦੀ ਪ੍ਰਾਪਤੀ ਕੀਤੀ। ਜਦ ਇਹ ਸਿੱਖ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ ਹੈ, ਫਿਰ ਉਹ 5 ਚੂਲੇ ਅੰਮ੍ਰਿਤ ਦੇ ਅੱਖਾਂ ਵਿੱਚ ਪਾਉਂਦੇ ਹਨ, ਇਹਦੇ ਸਿਰ ਉੱਤੇ ਪਾਉਂਦੇ ਹਨ, ਇਹਦੇ ਰਸਨਾ ਉੱਤੇ ਪਾਉਂਦੇ ਹਨ, ਨਾਲੇ ਵਾਹਿਗੁਰੂ ਬੁਲਾਉਂਦੇ ਹਨ। ਇਹਨੂੰ ਫਿਰ ਉਹ ਅੰਮ੍ਰਿਤ ਦੀ ਉਹ ਨਾਮ ਦੀ ਦਾਤ ਮਿਲ ਜਾਂਦੀ ਹੈ ਜਦ ਇਹ ਗੁਰੂ ਵਾਲਾ ਬਣਦਾ ਹੈ। ਫਿਰ ਗੁਰੂ ਵਾਲਾ ਬਣ ਕੇ ਕਦੇ ਪਰਮੇਸ਼ਰ ਦੀ ਬੰਦਗੀ ਕਰਦਾ, ਕਿ ਜਿਤਨੀ ਇਹ ਅਸ਼ਟਪਦੀ ਹੈ, ਜਿੰਨੀਆਂ ਬਰਕਤਾਂ ਹਨ, ਜਿੰਨੀਆਂ ਗੱਲਾਂ ਹਨ, ਸਾਰੀਆਂ ਉਹ ਜੀਵ ਦੇ ਉੱਤੇ ਆ ਕੇ ਟੁਕ ਜਾਂਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।